ਸ੍ਰੀ ਵਾਹਿਗੁਰੂ ਸਾਹਿਬ ਜੀ। ਰਤਨਾ ਦੇਖੈ ਸਭ ਕੋ, ਰਤਨ ਪਾਰਖੂ ਵਿਰਲਾ ਕੋਈ। ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਗੁਰ ਸਿੱਖ ਰਤਨ ਪਦਾਰਥਾ, ਸਾਧ ਸੰਗਤ ਵਿੱਚ ਸਾਧ ਸੰਗਤ ਮਿਲ ਮਾਲ ਪਰੋਈ। ਹੀਰੇ ਹੀਰਾ ਬੇਦਿਆ, ਸ਼ਬਦ ਸੁਰਤ ਮਿਲ ਪਰਚਾ ਹੋਈ। ਪਾਰ ਬ੍ਰਹਮ ਪੂਰਨ ਬ੍ਰਹਮ, ਗੁਰ ਗੋਵਿੰਦ ਸਿਆਣੈ ਸੋਈ। ਗੁਰਮੁਖ ਸੁਖ ਫਲ ਸਹਿਜ ਘਰ, ਪਿਰਮ ਪਿਆਲਾ ਜਾਣ ਜਣੋਈ। ਗੁਰ ਚੇਲਾ ਚੇਲਾ ਗੁਰ ਹੋਈ, ਗੁਰ ਚੇਲਾ ਚੇਲਾ ਗੁਰ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ ਤੇ ਬਿਰਾਜਮਾਨ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 15ਵੀਂ ਵਾਰ ਦੀ 16ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਗੁਰੂ ਤੇ ਚੇਲੇ ਦੀ ਮਹਾਨਤਾ ਦਰਸਾਉਂਦੇ ਹੈ। ਗੁਰੂ ਤੇ ਸਿੱਖ ਦੀ ਵੱਡੀ ਮਹਾਨਤਾ ਹੈ। ਗੁਰਸਿੱਖ ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ। ਗੁਰੂ ਦੇ ਹੁਕਮ ਦੇ ਵਿੱਚ ਰਹਿਣ ਵਾਲਾ ਹੀ ਗੁਰੂ ਦਾ ਚੇਲਾ ਹੈ, ਤੇ ਉਹੀ ਚੇਲਾ ਗੁਰੂ ਬਣਦਾ ਹੈ। ਭਾਵ ਚੇਲਾ ਤੇ ਗੁਰੂ ਅਭੇਦ ਰੂਪ ਹਨ, ਕੋਈ ਉਹਨਾਂ ਵਿੱਚ ਫਰਕ ਨਹੀਂ, ਇੱਕ ਰੂਪ ਹਨ। ਚੇਲਾ ਗੁਰੂ ਦੇ ਵਿੱਚ ਮਿਲ ਜਾਂਦਾ ਹੈ, ਸਮਾ ਜਾਂਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰ ਰਹੇ ਹੈ, ਰਤਨਾ ਦੇਖੈ ਸਭ ਕੋ, ਰਤਨ ਪਾਰਖੂ ਵਿਰਲਾ ਕੋਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਸੰਸਾਰ ਦੇ ਵਿੱਚ ਰਤਨਾਂ ਨੂੰ ਹਰ ਕੋਈ ਵੇਖਦਾ ਹੈ। ਕਿਸੇ ਦੇ ਵੀ ਸਾਹਮਣੇ ਰਤਨ ਲਿਆ ਕੇ ਰੱਖ ਦਿੱਤਾ ਜਾਵੇ, ਉਹ ਉਸ ਰਤਨ ਨੂੰ ਵੇਖਦਾ ਹੈ। ਪਰ ਜੇ ਇਹ ਗੱਲ ਕਹੀਏ ਵੀ ਹਰ ਬੰਦਾ ਰਤਨਾਂ ਨੂੰ ਪਰਖਣ ਵਾਲਾ ਹੋਵੇ, ਤਾਂ ਹਰ ਬੰਦਾ ਸੰਸਾਰ ਦੇ ਵਿੱਚ ਰਤਨਾਂ ਦਾ ਪਾਰਖੂ ਨਹੀਂ ਹੁੰਦਾ। ਰਤਨਾਂ ਨੂੰ ਪਰਖਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ, ਜਿਸ ਨੂੰ ਇਹ ਪਰਖ ਹੁੰਦੀ ਹੈ ਕਿ ਇਹ ਰਤਨ ਅਸਲੀ ਹੈ ਜਾਂ ਨਕਲੀ ਹੈ।
ਇਹਦੀ ਕੀਮਤ ਕਿੰਨੀ ਹੈ ਉਹ ਪਾਰਖੂ ਬੰਦਾ ਹੀ ਦੱਸ ਸਕਦਾ ਹੈ, ਹਰ ਬੰਦਾ ਨਹੀਂ। ਵੇਖ ਹਰ ਬੰਦਾ ਲੈਂਦਾ ਹੈ, ਪਰ ਪਰਖ ਹਰ ਬੰਦਾ ਰਤਨ ਦੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਕੀਮਤੀ ਰਤਨ ਹੈ। ਮਿਲਿਆ ਤਾਂ ਹੁਣ ਸਾਰਿਆਂ ਨੂੰ ਹੈ, ਪਰ ਇਸ ਦੀ ਕੀਮਤ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਹਰ ਬੰਦਾ ਇਸ ਮਨੁੱਖਾ ਜਨਮ, ਇਸ ਰਤਨ ਨੂੰ ਪਛਾਣ ਲਵੇ, ਇਹਦੀ ਪਰਖ ਕਰ ਲਵੇ, ਹਰ ਬੰਦੇ ਕੋ ਸਮਝ ਨਹੀਂ, ਸੋਝੀ ਨਹੀਂ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਬਾਣੀ ਵਿੱਚ ਫਰਮਾਉਂਦੇ ਹੈ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕਉਡੀ ਬਦਲੇ ਜਾਏ। ਸਾਹਿਬ ਕਹਿੰਦੇ ਨੇ, ਰਾਤ ਤੂੰ ਸੌਂ ਕੇ ਗਵਾ ਲਈ ਬੰਦਿਆ, ਦਿਨ ਖਾ ਪੀ ਕੇ ਗਵਾ ਲਿਆ, ਤੇ ਹੀਰੇ ਵਰਗਾ ਇਹ ਕੀਮਤੀ ਅਮੋਲਕ ਜਨਮ ਹੈ ਤੇਰਾ, ਕਉਡੀ ਬਦਲੇ ਜਾਏ। ਪ੍ਰਭੂ ਦੇ ਭਜਨ ਸਿਮਰਨ ਤੋਂ ਬਿਨਾਂ ਇਹ ਕੌਡੀਆਂ ਦੇ ਭਾਅ ਜਾ ਰਿਹਾ ਹੈ, ਕਿਉਂਕਿ ਤੇਰੇ ਕੋਲ ਪਰਖ ਨਹੀਂ ਹੈ, ਤੂੰ ਪਰਖਿਆ ਨਹੀਂ ਇਸ ਕੀਮਤੀ ਮਨੁੱਖਾ ਜਨਮ ਨੂੰ। ਅਤੇ ਬਾਬਾ ਫਰੀਦ ਸਾਹਿਬ ਜੀ, ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਅਤੇ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਆ ਵੀ ਤੂੰ 4 ਪਹਿਰ ਦਿਨ ਉਹ ਇੱਧਰ ਉੱਧਰ ਭਟਕਦਿਆਂ ਤੁਰ ਫਿਰ ਕੇ ਗਵਾ ਲਿਆ। 4 ਪਹਿਰ ਜਿਹੜੀ ਰਾਤ ਸੀ ਉਹ ਤੂੰ ਸੌਂ ਕੇ ਗਵਾ ਲਈ। ਤੇਰੇ ਕੋਲੋਂ ਰੱਬ ਨੇ ਲੇਖਾ ਮੰਗਣਾ, ਤੂੰ ਕੀ ਕਰਨ ਵਾਸਤੇ ਆਇਆ ਸੀ ਅਤੇ ਕੀਤਾ ਕੀ ਹੈ। ਫਰੀਦਾ 4 ਗਵਾਇਆ ਹੰਢ ਕੈ, 4 ਗਵਾਇਆ ਸਾਮਾ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਇਹ ਤਾਂ ਰੱਬ ਨੇ ਲੇਖਾ ਮੰਗਣਾ ਹੈ ਵੀ ਕਿਹੜੇ ਕੰਮ ਵਾਸਤੇ ਆਇਆ, ਤੈਨੂੰ ਭੇਜਿਆ ਕਿਸ ਕੰਮ ਵਾਸਤੇ ਸੀ, ਅਤੇ ਤੂੰ ਆਇਆ ਕੀ ਕਰਕੇ ਆਇਆ ਹੈ। ਮਾਂ ਨੇ ਪੁੱਤ ਨੂੰ 20 ਰੁਪਈਏ ਦਿੱਤੇ ਵੀ ਜਾ ਹੱਟੀ ਤੋਂ ਲੂਣ ਲੈ ਕੇ ਆ। ਉਹ ਤੋਂ 20 ਰੁਪਈਏ ਲੈ ਕੇ ਚਲਿਆ ਗਿਆ ਅਤੇ ਜੂਆ ਖੇਡ ਆਇਆ, ਭੁੱਲ ਹੀ ਗਿਆ, ਅਤੇ ਘਰ ਵਾਪਸ ਆਇਆ ਹੱਥ ਲਮਕਾਉਂਦਾ, ਖਾਲੀ ਹੱਥ ਆ ਗਿਆ। ਅਤੇ ਮਾਂ ਨੇ ਪੁੱਛਿਆ, ਤੈਨੂੰ ਭੇਜਿਆ ਸੀ ਲੂਣ ਲੈਣ ਵਾਸਤੇ, ਸਾਰਾ ਟੱਬਰ ਬੈਠਾ ਹੈ, ਸਬਜ਼ੀ ਬਣਨ ਵਾਲੀ ਹੈ, ਉਹ ਜੂਆ ਖੇਡ ਆਇਆ। ਭੇਜਿਆ ਕਿਸ ਵਾਸਤੇ ਸੀ? ਪਰਮਾਤਮਾ ਨੇ ਪੁੱਛਣਾ ਹੈ, ਤੈਨੂੰ ਭੇਜਿਆ ਸੀ ਬੰਦਗੀ ਸੇਵਾ ਸਿਮਰਨ ਦੇ ਲਈ, ਅਤੇ ਤੂੰ ਕੀਮਤੀ ਅਮੋਲਕ ਸਵਾਸਾਂ ਦੀ ਪੂੰਜੀ ਨੂੰ ਐਵੇਂ ਹੀ ਗਵਾ ਕਰਕੇ ਆ ਗਿਆ ਹੈ। ਸੋ ਇਹ ਜਨਮ ਜਿਹੜਾ ਨਾ ਮਨੁੱਖਾ ਜਨਮ, ਇਹ ਕੀਮਤੀ ਹੀਰਾ ਹੈ। ਇਹਦੀ ਪਛਾਣ ਕੋਈ ਵਿਰਲਾ ਹੀ ਕਰਦਾ ਹੈ। ਹੀਰਾ ਲਾਲ ਅਮੋਲ ਜਨਮ ਹੈ, ਕਉਡੀ ਬਦਲੇ ਹਾਰਿਓ ਰੇ। ਮਹਾਰਾਜ ਕਹਿੰਦੇ ਨੇ ਅਮੋਲਕ ਜਨਮ ਹੈ ਇਹ, ਅਤੇ ਕੌਡੀਆਂ ਦੇ ਭਾਅ ਇਸ ਬੰਦੇ ਨੇ ਇਸ ਮਨੁੱਖਾ ਜਨਮ ਨੂੰ ਹਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਨੇ ਇਸ ਮਨੁੱਖਾ ਜਨਮ ਨੂੰ, ਇਹਨੂੰ ਵੀ ਰਤਨ ਕਿਹਾ, ਕੀਮਤੀ ਹੈ। ਗੁਰੂ ਦੇ ਸ਼ਬਦ ਨੂੰ ਰਤਨ ਕਿਹਾ। ਗੁਰੂ ਦਾ ਸ਼ਬਦ ਐਸਾ ਕੀਮਤੀ ਰਤਨ ਹੈ, ਇਸ ਨੂੰ ਹਰ ਬੰਦਾ ਨਹੀਂ ਪਰਖ ਪਾਉਂਦਾ। ਸ਼ਬਦ ਦੀ ਵਡਿਆਈ, ਸ਼ਬਦ ਦੀ ਮਹਿਮਾ ਅਤੇ ਸ਼ਬਦ ਦੀ ਤਾਕਤ ਨੂੰ ਕੋਈ ਵਿਰਲਾ ਹੀ ਜਾਣਨ ਵਾਲਾ ਹੈ। ਹਰ ਬੰਦੇ ਨੂੰ ਨਾ ਸ਼ਬਦ ਦੀ ਸੋਝੀ ਹੈ, ਨਾ ਉਸ ਨੂੰ ਸ਼ਬਦ ਦੀ ਮਹਿਮਾ ਦਾ ਪਤਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਜਿਹਦਾ ਮਨ ਗੁਰੂ ਦੇ ਸ਼ਬਦ ਵਿੱਚ ਮਿਲ ਜਾਏ, ਪਰਮਾਤਮਾ ਉਹਦੇ ਅੰਦਰ ਪ੍ਰੇਮ ਪੈਦਾ ਕਰ ਦਿੰਦਾ ਹੈ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਐਸਾ ਇਹ ਸ਼ਬਦ ਰਤਨ ਹੈ, ਗੁਣਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਹੈ।
ਸੋ ਗੁਰੂ ਦਾ ਸ਼ਬਦ ਹੀਰਾ, ਇਹਦੀ ਕੀਮਤ ਵੀ ਕੋਈ ਵਿਰਲਾ ਹੀ ਜਾਣਦਾ ਹੈ। ਸਾਹਿਬ ਦਾ ਇੱਕ ਬਚਨ ਹੋਰ ਆਉਂਦਾ ਬਾਣੀ ਦੇ ਵਿੱਚ, ਰਤਨ ਗੁਰੂ ਕਾ ਸ਼ਬਦ ਹੈ, ਬੂਝੈ ਬੂਝਣਹਾਰ। ਰਤਨ ਕੀ ਹੈ? ਗੁਰੂ ਦਾ ਸ਼ਬਦ। ਅਤੇ ਸਮਝਣ ਵਾਲਾ ਬੰਦਾ ਹੀ ਸ਼ਬਦ ਨੂੰ ਸਮਝ ਪਾਉਂਦਾ ਹੈ। ਹਰ ਬੰਦਾ ਗੁਰੂ ਦੇ ਸ਼ਬਦ ਤੋਂ ਲਾਭ ਪ੍ਰਾਪਤ ਨਹੀਂ ਕਰ ਪਾਉਂਦਾ। ਸ਼ਬਦ ਦੀ ਸੋਝੀ ਨਹੀਂ ਹੈ। ਵਿਰਲੇ ਨੇ ਦੁਨੀਆ ਦੇ ਵਿੱਚ ਜਿਹੜੇ ਸ਼ਬਦ ਦੀ ਕਮਾਈ ਕਰਦੇ ਹੈ, ਸ਼ਬਦ ਤੋਂ ਲਾਭ ਪ੍ਰਾਪਤ ਕਰਦੇ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਹੀ ਮਾਣਕ ਹੈ, ਮੋਤੀ ਹੈ, ਰਤਨ ਹੈ, ਜਵਾਹਰਾਤ ਹੈ। ਰਤਨ ਜਵਾਹਰ ਹਰ ਮਾਣਕ ਲਾਲਾ, ਸਿਮਰ ਸਿਮਰ ਪ੍ਰਭ ਭਏ ਨਿਹਾਲਾ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਸਾਹਿਬ ਕਹਿੰਦੇ ਉਹ ਨਿਹਾਲ ਹੋ ਗਏ, ਦੁੱਖਾਂ ਤੋਂ ਰਹਿਤ ਹੋ ਗਏ, ਉਹਨਾਂ ਦੇ ਸਾਰੇ ਹੀ ਦੁੱਖ ਦੂਰ ਹੋ ਗਏ। ਰਤਨ ਜਵੇ ਹਰ ਮਾਣਕਾ, ਅੰਮ੍ਰਿਤ ਹਰ ਕਾ ਨਾਉ। ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਇਹ ਰਤਨ ਜਵਾਹਰ ਹੈ। ਅਤੇ ਜਿਹੜੇ ਸਿਮਰਦੇ ਹੈ, ਰੱਬ ਦੇ ਗੁਣ ਗਾਉਂਦੇ ਹੈ, ਸੂਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਉਹਨਾਂ ਨੂੰ ਸਹਿਜ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਜੀਵਨ ਦਾ ਆਨੰਦ ਮਿਲਦਾ ਹੈ, ਪ੍ਰਭੂ ਦੇ ਨਾਮ ਦਾ ਉਹਨਾਂ ਨੂੰ ਰਸ ਪ੍ਰਾਪਤ ਹੁੰਦਾ ਹੈ, ਜਿਹੜੇ ਗੁਰਮੁਖ ਨਾਮ ਨੂੰ ਜਪਣ ਵਾਲੇ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਨੂੰ ਰਤਨ ਕਿਹਾ, ਪਰਮੇਸ਼ਰ ਦੇ ਨਾਮ ਨੂੰ ਰਤਨ ਕਿਹਾ, ਔਰ ਇਸ ਮਨੁੱਖਾ ਜਨਮ ਨੂੰ ਮਹਾਰਾਜ ਨੇ ਰਤਨ ਕਿਹਾ ਹੈ। ਪਰਮਾਤਮਾ ਨੂੰ ਵੀ ਰਤਨ ਕਿਹਾ ਹੈ ਗੁਰਬਾਣੀ ਦੇ ਅੰਦਰ। ਰਤਨ ਰਾਮ ਘਟ ਹੀ ਕੇ ਭੀਤਰ, ਤਾਕੋ ਗਿਆਨ ਨਾ ਪਾਇਓ। ਮਹਾਰਾਜ ਕਹਿੰਦੇ ਰਤਨ ਰੂਪੀ ਰਾਮ ਸਾਰਿਆਂ ਦੇ ਹਿਰਦੇ ਵਿੱਚ ਹੈ, ਪਰ ਬੰਦੇ ਨੇ ਉਸ ਦਾ ਗਿਆਨ ਪ੍ਰਾਪਤ ਨਹੀਂ ਕੀਤਾ। ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝਹਿ ਗਵਾਰੀ। ਇਹ ਗਵਾਰ ਬੰਦਾ ਵਾਹਿਗੁਰੂ ਪਰਮਾਤਮਾ ਨੂੰ ਬੁੱਝਦਾ ਹੀ ਨਹੀਂ, ਜਾਣਦਾ ਹੀ ਨਹੀਂ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਦੁਨੀਆ ਵਿੱਚ ਸਾਰੇ ਰਤਨਾਂ ਨੂੰ ਵੇਖਦੇ ਹੈ, ਔਰ ਬੜੇ ਤਰ੍ਹਾਂ ਦੇ ਰਤਨ ਹਨ, ਪਰ ਰਤਨਾਂ ਨੂੰ ਪਰਖਣ ਵਾਲਾ, ਜਿਹਨੂੰ ਰਤਨ ਦੀ ਪਰਖ ਹੋਵੇ, ਉਹ ਦੁਨੀਆ ਵਿੱਚ ਰਤਨ ਪਾਰਖੂ ਵਿਰਲੇ ਹੀ ਹੈ। ਕੋਈ ਵਿਰਲਾ ਹੈ ਰਤਨਾਂ ਨੂੰ ਪਰਖਣ ਵਾਲਾ। ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਰਾਗ ਦੇ ਨਾਦ ਸ਼ਬਦ ਨੂੰ ਜਾਂ ਰਾਗ ਦੀ ਧੁਨੀ ਨੂੰ ਹਰ ਕੋਈ ਸੁਣਦਾ ਹੈ, ਪਰ ਸ਼ਬਦ ਦੇ ਨਾਲ ਸੁਰਤ ਜੋੜ ਕੇ ਧਿਆਨ ਲਾ ਕੇ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਜਦੋਂ ਰਾਗ ਵੱਜਦਾ ਹੈ ਨਾ, ਰਾਗ ਗਾਇਨ ਕੀਤਾ ਜਾਂਦਾ ਹੈ, ਸ਼ਬਦ ਪੜ੍ਹਿਆ ਜਾਂਦਾ ਹੈ, ਸੁਣਦੇ ਤਾਂ ਸਾਰੇ ਨੇ, ਪਰ ਉਸ ਰਾਗ ਦੀ, ਉਸ ਸ਼ਬਦ ਦੀ ਸੋਝੀ ਜਿਹੜੀ ਹੈ ਉਹ ਵਿਰਲਿਆਂ ਨੂੰ ਹੁੰਦੀ ਹੈ। ਜਿਵੇਂ ਕੀਰਤਨ ਸੁਣਦੇ ਹਾਂ ਆਪਾਂ, ਗੁਰੂ ਕੇ ਕੀਰਤਨੀਏ ਗੁਰਬਾਣੀ ਦੇ ਸ਼ਬਦ ਰਾਗ ਵਿੱਚ ਗਾਉਂਦੇ ਹੈ, ਸੁਣਦੇ ਤਾਂ ਸਾਰੇ ਨੇ, ਸੁਣਨ ਦਾ ਲਾਭ ਹੈ, ਪਰ ਵਧੇਰੇ ਲਾਭ ਤਾਂ ਹੈ ਜੇ ਸ਼ਬਦ ਦੀ ਸੋਝੀ ਹੋਵੇ। ਜੋ ਸ਼ਬਦ ਵਿੱਚ ਸਿੱਖਿਆ ਹੈ, ਮੈਸੇਜ ਹੈ, ਉਪਦੇਸ਼ ਹੈ, ਜੇ ਉਹਦੇ ਨਾਲ ਬੰਦਾ ਚਿੱਤ ਦੀ ਬਿਰਤੀ ਜੋੜੇ, ਉਹਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰ ਲਵੇ, ਫਿਰ ਉਹਦਾ ਵਧੇਰੇ ਲਾਭ ਹੈ। ਭਾਈ ਗੁਰਦਾਸ ਜੀ ਕਹਿੰਦੇ, ਰਾਗ ਦੀ ਆਵਾਜ਼ ਨੂੰ, ਉਹਦੇ ਸ਼ਬਦ ਨੂੰ ਹਰ ਕੋਈ ਸੁਣਦਾ ਹੈ, ਪਰ ਸ਼ਬਦ ਸੁਰਤ ਸਮਝੈ ਵਿਰਲੋਈ। ਸ਼ਬਦ ਦੇ ਵਿੱਚ ਸੁਰਤ ਜੋੜ ਕੇ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਹਰ ਬੰਦਾ ਸ਼ਬਦ ਦੀ, ਰਾਗ ਦੀ ਸੋਝੀ ਨਹੀਂ ਰੱਖਦਾ। ਗੁਰਸਿੱਖ ਰਤਨ ਪਦਾਰਥਾ, ਸਾਧ ਸੰਗਤ ਮਿਲ ਮਾਲ ਪਰੋਈ। ਗੁਰਸਿੱਖ ਰਤਨ ਪਦਾਰਥਾਂ ਦੇ ਵਾਂਗੂ ਹਨ, ਅਤੇ ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰਸਿੱਖ ਬੈਠਦੇ ਹੈ,
ਇਹ ਰਤਨਾਂ ਦੀ ਮਾਲਾ ਪਰੋਈ ਜਾਂਦੀ ਹੈ। ਜਿਵੇਂ ਰਤਨਾਂ ਦੀ ਮਾਲਾ ਪਰੋਈ ਜਾਂਦੀ ਹੈ ਨਾ, ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਸਾਧ ਸੰਗਤ ਵਿੱਚ ਮਿਲ ਕੇ ਬੈਠਦੇ ਹੈ। ਇਹ ਰਤਨਾਂ ਦੀ ਮਾਲਾ ਪਰੋਈ ਹੋਈ ਹੈ, ਮਿਲ ਕੇ ਸਾਰੇ ਗੁਰੂ ਕੇ ਪਿਆਰੇ ਸਿੱਖ ਸੰਗਤ ਦੇ ਵਿੱਚ ਸਿਮਰਨ ਕਰਦੇ ਹੈ, ਬੰਦਗੀ ਕਰਦੇ ਹੈ। ਹੀਰੇ ਹੀਰਾ ਵੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ। ਭਾਈ ਗੁਰਦਾਸ ਜੀ ਕਹਿੰਦੇ ਹੀਰੇ ਨੂੰ ਹੀਰਾ ਹੀ ਵਿੰਨਦਾ ਹੈ। ਹੀਰੇ ਦੇ ਵਿੱਚ ਛੇਕ ਪਾਉਣਾ ਹੋਵੇ ਨਾ, ਤੇ ਹੀਰੇ ਦੀ ਕਣੀ ਹੀ ਹੀਰੇ ਨੂੰ ਵਿੰਨ ਸਕਦੀ ਹੈ, ਉਹਦੇ ਵਿੱਚ ਛੇਕ ਪਾ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸ਼ਬਦ ਹੈ ਇਹ ਹੀਰਾ ਹੈ, ਬੰਦੇ ਦਾ ਮਨ ਇਹ ਹੀਰਾ ਹੈ। ਗੁਰੂ ਦੇ ਸ਼ਬਦ ਦੇ ਨਾਲ ਹੀ ਇਹ ਮਨ ਹੀਰਾ ਵਿੰਨਿਆ ਜਾ ਸਕਦਾ ਹੈ। ਹੋਰ ਕੋਈ ਤਰੀਕਾ ਨਹੀਂ ਇਸ ਮਨ ਨੂੰ ਕਾਬੂ ਕਰਨ ਦਾ। ਗੁਰੂ ਦਾ ਸ਼ਬਦ ਹੈ, ਇਸ ਮਨ ਵਿੱਚ ਛੇਕ ਪਾ ਸਕਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ। ਸਤਿਗੁਰੂ ਐਸਾ ਸੂਰਮਾ ਹੈ, ਜਦੋਂ ਬਚਨਾਂ ਦਾ ਤੀਰ ਮਾਰਦਾ ਹੈ ਤਾਂ ਕਲੇਜੇ ਵਿੱਚ ਛੇਕ ਪੈ ਜਾਂਦਾ ਹੈ, ਡਿੱਗ ਪੈਂਦਾ। ਫਿਰ ਇਹ ਮਨ ਭੱਜਦਾ ਨਹੀਂ, ਚੰਚਲਤਾ ਦੂਰ ਹੋ ਜਾਂਦੀ ਹੈ। ਹੀਰਾ ਹੀਰਾ ਵਿਦਿਆ, ਗੁਰੂ ਦੇ ਸ਼ਬਦ ਰੂਪੀ ਹੀਰੇ ਨੇ ਜਿਸ ਦਾ ਮਨ ਰੂਪੀ ਹੀਰਾ ਵਿੰਨ ਦਿੱਤਾ। ਸ਼ਬਦ ਸੁਰਤ ਮਿਲ ਪਰਚਾ ਹੋਈ, ਉਹ ਸ਼ਬਦ ਸੁਰਤ ਦਾ ਮਿਲਾਪੀ ਹੋ ਜਾਂਦਾ ਹੈ, ਅਥਵਾ ਉਹਦੀ ਸੁਰਤ ਸ਼ਬਦ ਵਿੱਚ ਮਿਲ ਜਾਂਦੀ ਹੈ ਅਤੇ ਪਰਚਾ ਹੋਈ, ਉਹਦੀ ਨਿਸ਼ਾ ਹੋ ਜਾਂਦੀ ਹੈ, ਤਸੱਲੀ ਹੋ ਜਾਂਦੀ ਹੈ। ਉਹਦਾ ਮਨ ਦੌੜਨ ਭੱਜਣ ਤੋਂ ਰੁਕ ਜਾਂਦਾ ਹੈ, ਸਥਿਰ ਹੋ ਜਾਂਦਾ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਗੁਰ ਗੋਬਿੰਦ ਸਿਆਣੈ ਸੋਈ। ਅਤੇ ਐਸਾ ਜਿਹੜਾ ਮਨੁੱਖ ਹੈ ਜਿਹਦਾ ਮਨ ਗੁਰੂ ਦੇ ਸ਼ਬਦ ਦੇ ਨਾਲ ਵਿੰਨਿਆ ਗਿਆ, ਉਹ ਪਾਰ ਬ੍ਰਹਮ, ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਪਰਮੇਸ਼ਰ ਜਿਹੜਾ ਬ੍ਰਹਮ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ। ਗੋਬਿੰਦ ਦਾ ਸਵਰੂਪ ਗੁਰੂ ਉਸ ਨੂੰ ਸਿਆਣ ਲੈਂਦਾ, ਮਤਲਬ ਪਛਾਣ ਲੈਂਦਾ ਹੈ। ਪ੍ਰਭੂ ਨੂੰ ਅਤੇ ਗੁਰੂ ਨੂੰ ਉਹ ਪਛਾਣ ਲੈਂਦਾ ਹੈ, ਉਹਨੂੰ ਸੋਝੀ ਹੁੰਦੀ ਹੈ ਗੁਰੂ ਪਰਮੇਸ਼ਰ ਦਾ ਹੀ ਸਵਰੂਪ ਹੈ। ਉਹ ਇਸ ਗੱਲ ਨੂੰ ਸਮਝ ਲੈਂਦਾ ਹੈ। ਗੁਰਮੁਖ ਸੁਖ ਫਲ ਸਹਿਜ ਘਰ, ਪਿਰਮ ਪਿਆਲਾ ਜਾਣ ਜਣੋਈ। ਜਿਹੜਾ ਗੁਰੂ ਦਾ ਪਿਆਰਾ ਸਿੱਖ ਹੈ, ਗੁਰਮੁਖ, ਉਹਨੂੰ ਸੁਖ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਸਹਿਜ ਘਰ ਦੇ ਵਿੱਚ ਉਹ ਟਿਕ ਜਾਂਦਾ, ਮਤਲਬ ਅਡੋਲ ਅਵਸਥਾ ਦੇ ਵਿੱਚ ਸਦਾ ਲਈ ਟਿਕ ਜਾਂਦਾ ਹੈ, ਅਡੋਲ ਹੋ ਜਾਂਦਾ ਹੈ, ਸਹਿਜ ਘਰ ਵਿੱਚ ਆ ਜਾਂਦਾ ਹੈ। ਪਿਰਮ ਪਿਆਲਾ ਜਾਣ ਜਣੋਈ, ਉਹ ਪ੍ਰੇਮ ਪਿਆਲੇ ਨੂੰ ਪੀ ਕੇ ਉਹਦੇ ਸਵਾਦ ਨੂੰ ਜਾਣਦਾ ਹੈ ਅਤੇ ਹੋਰਾਂ ਨੂੰ ਵੀ ਪ੍ਰੇਮ ਦਾ ਪਿਆਲਾ ਪਿਆ ਕੇ ਉਹਨਾਂ ਨੂੰ ਜਣਾਉਂਦਾ ਹੈ ਵੀ ਸ਼ਰਾਬ ਦੇ ਪਿਆਲੇ ਨਾ ਪੀਓ, ਗੁਰੂ ਦੇ ਪ੍ਰੇਮ ਦਾ ਨਾਮ ਦਾ ਪਿਆਲਾ ਪੀਓ, ਇਹਦੇ ਵਿੱਚ ਰਸ ਬਹੁਤ ਹੈ। ਜਦੋਂ ਇਸ ਪਿਆਲੇ ਨੂੰ ਲਬਾਂ ਦੇ ਨਾਲ ਲਾਓਗੇ, ਦੁਨੀਆ ਦੇ ਸਾਰੇ ਰਸ ਭੁੱਲ ਜਾਓਗੇ। ਉਹ ਆਪ ਵੀ ਪੀਂਦਾ ਇਸ ਪ੍ਰੇਮ ਪਿਆਲੇ ਨੂੰ ਅਤੇ ਹੋਰਾਂ ਨੂੰ ਵੀ ਪਿਆਉਂਦਾ ਹੈ। ਗੁਰ ਚੇਲਾ ਚੇਲਾ ਗੁਰ ਹੋਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹੀ ਗੁਰੂ ਦਾ ਚੇਲਾ ਹੈ ਅਤੇ ਉਹੀ ਚੇਲਾ ਫਿਰ ਗੁਰੂ ਬਣਦਾ ਹੈ। ਜਿਵੇਂ ਭਾਈ ਲਹਿਣੇ ਨੇ ਪ੍ਰੇਮ ਦਾ ਪਿਆਲਾ ਪੀਤਾ, ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਅਤੇ ਫਿਰ ਚੇਲਾ ਗੁਰੂ ਬਣ ਗਿਆ। ਭਾਵ ਇਹ ਹੈ ਕਿ ਗੁਰੂ ਅਤੇ ਚੇਲਾ ਅਭੇਦ ਰੂਪ ਹੁੰਦੇ ਆ, ਗੁਰੂ ਅਤੇ ਚੇਲੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਸੋ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਮਨੁੱਖ ਦੇ ਸਰੀਰ ਦੇ ਜਿਹੜੇ ਅੰਗ ਨੇ ਦੱਸਦੇ ਨੇ ਇਹ ਕਿਵੇਂ ਸਫਲ ਹੁੰਦੇ ਹੈ। ਪਰਮਾਤਮਾ ਨੇ ਇਹ ਸਰੀਰ ਦੇ ਅੰਗ ਦਿੱਤੇ ਹੈ, ਗਿਆਨ ਇੰਦਰੇ, ਕਰਮ ਇੰਦਰੇ ਇਹ ਬਖਸ਼ੇ ਹੈ। ਇਹ ਸਫਲ ਤਾਂ ਹੀ ਹਨ
ਜੇ ਗੁਰੂ ਦੇ ਉਪਦੇਸ਼ਾਂ ਮੁਤਾਬਕ ਚੱਲਣਾ। ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਭਾਈ ਗੁਰਦਾਸ ਜੀ ਕਹਿੰਦੇ ਹੈ ਇਹ ਮਨੁੱਖਾ ਜਨਮ ਬਹੁਤ ਅਮੋਲਕ ਹੈ, ਇਹ ਮੁੱਲ ਨਹੀਂ ਮਿਲਦਾ, ਪੈਸਿਆਂ ਦੇ ਨਾਲ ਨਹੀਂ ਮਿਲਦਾ, ਪਰ ਅਸਲ ਦੇ ਵਿੱਚ ਇਹ ਅਮੋਲਕ ਤਾਂ ਬਣਦਾ ਹੈ ਜੇ ਸਾਧ ਸੰਗਤ ਨੂੰ ਇਹ ਬੰਦਾ ਪ੍ਰਾਪਤ ਕਰ ਲਵੇ, ਨਹੀਂ ਤਾਂ ਇਹ ਕੌਡੀਆਂ ਦੇ ਭਾਅ ਹੀ ਜਾਂਦਾ ਹੈ। ਅਸੀਂ ਵੇਖਦੇ ਹਾਂ ਕੋਈ ਵਿਕਾਰਾਂ ਦੇ ਵਿੱਚ ਇਸ ਕੀਮਤੀ ਮਨੁੱਖਾ ਜਨਮ ਨੂੰ ਬਰਬਾਦ ਕਰ ਰਿਹਾ ਹੈ, ਕੋਈ ਨਸ਼ਿਆਂ ਦੇ ਵਿੱਚ ਬਰਬਾਦ ਕਰੀ ਜਾ ਰਿਹਾ ਹੈ, ਕੋਈ ਲੜਾਈਆਂ ਝਗੜਿਆਂ ਫਸਾਦਾਂ ਵਿੱਚ ਪੈ ਕੇ ਇਸ ਮਨੁੱਖਾ ਜਨਮ ਦੀ ਕਦਰ ਕੀਮਤ ਨੂੰ ਜਾਣਦਾ ਹੀ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ ਹੈ ਇਹ ਅਮੋਲਕ, ਪਰ ਅਸਲ ਦੇ ਵਿੱਚ ਅਮੋਲ ਉਦੋਂ ਬਣਦਾ ਹੈ ਜਦੋਂ ਸਾਧ ਸੰਗਤ ਪ੍ਰਾਪਤ ਕਰ ਲੈਂਦਾ ਹੈ। ਸਾਧ ਸੰਗਤ ਤੋਂ ਬਿਨਾਂ, ਗੁਰੂ ਦੀ ਸੰਗਤ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਅੱਖੀ ਦੋਏ ਨਿਰਮੋਲਕਾ, ਸਤਿਗੁਰ ਦਰਸ ਧਿਆਨ ਲਿਵ ਲਾਏ। ਪਰਮਾਤਮਾ ਨੇ ਦੋ ਅੱਖਾਂ ਨਿਰਮੋਲਕ ਦਿੱਤੀਆਂ ਨੇ, ਇਹਨਾਂ ਅੱਖਾਂ ਦਾ ਕੋਈ ਮੁੱਲ ਨਹੀਂ। ਵਾਹਿਗੁਰੂ ਨੇ ਜੋ ਕੁਝ ਦਿੱਤਾ ਨਾ ਸਾਨੂੰ, ਇਹ ਅਮੋਲਕ ਹੈ। ਜੋ ਕੁਝ ਸਾਡੀ ਅੱਖ ਵੇਖ ਲੈਂਦੀ ਹੈ, ਸਾਡੀਆਂ ਅੱਖਾਂ ਦੇਖਦੀਆਂ ਨੇ, ਕੈਮਰਾ ਵੀ ਉਹ ਨਹੀਂ ਵੇਖ ਸਕਦਾ। ਲੱਖ ਯਤਨ ਕਰੇ ਬੰਦਾ, ਬਥੇਰੀ ਸਾਇੰਸ ਨੇ ਤਰੱਕੀ ਕੀਤੀ ਹੈ, ਜੋ ਸਾਡੀਆਂ ਅੱਖਾਂ ਨੇ ਵੇਖ ਲੈਣਾ ਹੈ, ਕੈਮਰਾ ਉਸ ਨੂੰ ਨਹੀਂ ਕੈਚ ਕਰ ਸਕਦਾ, ਉਸ ਤਰ੍ਹਾਂ ਦਾ ਨਹੀਂ ਦਿਖਾ ਸਕਦਾ। ਇਹ ਅੱਖਾਂ ਜਿਹੜੀਆਂ ਦੋਵੇਂ ਨੇ, ਭਾਈ ਗੁਰਦਾਸ ਜੀ ਕਹਿੰਦੇ ਨਿਰਮੋਲਕਾ, ਨਿਰਮੋਲਕ ਨੇ, ਕੋਈ ਮੁੱਲ ਨਹੀਂ ਇਹਨਾਂ ਦਾ। ਪਰ ਇਹ ਤਦੋਂ ਹੀ ਨਿਰਮੋਲਕ ਹਨ ਸਤਿਗੁਰ ਦਰਸ ਧਿਆਨ ਲਿਵ ਲਾਏ, ਜਦੋਂ ਇਹ ਅੱਖਾਂ ਸਤਿਗੁਰੂ ਦਾ ਦਰਸ਼ਨ ਕਰਦੀਆਂ ਨੇ ਅਤੇ ਗੁਰੂ ਦਾ ਧਿਆਨ ਧਾਰ ਕੇ ਬੰਦਾ ਗੁਰੂ ਚਰਨਾਂ ਦੇ ਵਿੱਚ ਸੁਰਤ ਜੋੜ ਲੈਂਦਾ ਹੈ, ਲਿਵ ਲਾਉਂਦਾ ਹੈ। ਇਹ ਤਾਂ ਹੀ ਅੱਖਾਂ ਕੀਮਤੀ ਹਨ ਜੇ ਗੁਰੂ ਦਾ ਦਰਸ਼ਨ ਕਰਦੀਆਂ ਨੇ, ਨਹੀਂ ਤਾਂ ਲੋਕੀ ਰੰਗ ਤਮਾਸ਼ੇ ਵੇਖਣ ਵਿੱਚ ਲੱਗੇ ਹੋਏ ਨੇ। ਅੱਖਾਂ ਦੇ ਨਾਲ ਦੁਨੀਆ ਦੇ ਰੰਗ ਤਮਾਸ਼ੇ ਵੇਖਦੇ ਹੈ, ਕੋਈ ਨਾਚ ਵੇਖ ਰਿਹਾ, ਕੋਈ ਕੁਝ ਵੇਖ ਰਿਹਾ ਹੈ, ਪਰ ਇਹ ਫਿਰ ਉਦੋਂ ਕੀਮਤੀ ਨਹੀਂ ਰਹਿ ਜਾਂਦੀ। ਵਿਕਾਰ ਬੰਦੇ ਦੇ ਅੰਦਰ ਪੈਦਾ ਹੁੰਦੇ ਹੈ ਉਸ ਨਾਚ ਨੂੰ ਵੇਖ ਕੇ, ਅਤੇ ਮਨੁੱਖ ਵਿਕਾਰੀ ਬਣ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਦੋਵੇਂ ਤਦੋਂ ਨਿਰਮੋਲਕ ਹਨ ਜਦੋਂ ਸਤਿਗੁਰੂ ਦਾ ਦਰਸ਼ਨ ਕਰਦੀਆਂ, ਧਿਆਨ ਲਾਉਂਦੀਆਂ ਹਨ। ਮਸਤਕ ਸੀਸ ਅਮੋਲ ਹੈ, ਚਰਨ ਸਰਣ ਗੁਰ ਧੂੜ ਸੁਹਾਏ। ਇਹ ਮੱਥਾ, ਇਹ ਸਿਰ ਤਦੋਂ ਹੀ ਅਮੋਲਕ ਹੈ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਗੁਰੂ ਚਰਨਾਂ ਦੀ ਧੂੜ ਇਸ ਮਸਤਕ 'ਤੇ ਲੱਗ ਕੇ ਇਹ ਮਸਤਕ ਸ਼ੋਭਾ ਵਾਲਾ ਬਣਦਾ ਹੈ, ਤਦੋਂ ਇਹ ਅਮੋਲਕ ਹੈ। ਇਹ ਮੱਥਾ ਗੁਰੂ ਚਰਨਾਂ ਦੇ ਉੱਤੇ ਝੁਕੇ, ਇਹ ਸੀਸ ਗੁਰੂ ਦੇ ਅੱਗੇ ਝੁਕੇ। ਸਤਿਗੁਰੂ ਤੁਹਾਡਾ ਉਪਦੇਸ਼, ਤੁਹਾਡੀ ਸਿੱਖਿਆ, ਇਹਦੇ ਅੱਗੇ ਮੈਂ ਸਿਰ ਝੁਕਾਉਂਦਾ ਹਾਂ, ਮੈਂ ਸਤ ਬਚਨ ਕਹਿ ਕੇ ਮੰਨਦਾ ਹਾਂ। ਇਹ ਮੱਥਾ, ਇਹ ਸਿਰ ਅਮੋਲਕ ਤਾਂ ਹੈ ਜੇ ਗੁਰੂ ਚਰਨਾਂ 'ਤੇ ਝੁਕੇ, ਗੁਰੂ ਚਰਨਾਂ ਦੀ ਧੂੜ ਮੱਥੇ 'ਤੇ ਲਾਏ, ਤਾਂ ਇਹ ਸ਼ੋਭਾ ਵਾਲਾ ਹੁੰਦਾ ਹੈ। ਜਿਹਵਾ ਸ਼ਰਵਣ ਅਮੋਲਕਾ, ਸ਼ਬਦ ਸੁਰਤ ਸੁਣ ਸਮਝ ਸੁਣਾਏ। ਜ਼ੁਬਾਨ ਅਤੇ ਸ਼ਰਵਣ ਕੰਨ, ਜ਼ੁਬਾਨ ਅਤੇ ਕੰਨ ਇਹ ਤਦੋਂ ਹੀ ਅਮੋਲਕ ਹਨ ਜਦੋਂ ਇਹ ਜ਼ੁਬਾਨ ਗੁਰੂ ਦੇ ਸ਼ਬਦ ਨੂੰ ਗਾਉਂਦੀ ਹੈ, ਪੜ੍ਹਦੀ ਹੈ, ਅਤੇ ਇਹ ਕੰਨ ਗੁਰੂ ਦਾ ਸ਼ਬਦ ਸੁਣਦੇ ਹੈ, ਤਾਂ ਇਹਨਾਂ ਦੀ ਕੀਮਤ ਹੈ। ਨਹੀਂ ਤਾਂ ਉਸ ਜ਼ੁਬਾਨ ਦਾ ਕੀ ਕਰਨਾ ਜਿਹੜੀ ਫਿੱਕੇ ਬੋਲ ਬੋਲਦੀ ਹੈ, ਜਿਹੜੀ ਬੋਲ ਕਹਿ ਕੇ ਕਿਸੇ ਦੇ ਹਿਰਦੇ ਨੂੰ ਦਿਖਾਉਂਦੀ ਹੈ, ਦੁੱਖ ਦਿੰਦੀ ਹੈ, ਜਿਹੜੀ ਜ਼ੁਬਾਨ ਗਾਲਾਂ ਹੀ ਕੱਢਦੀ ਰਹਿੰਦੀ ਹੈ। ਸਾਹਿਬ ਬਾਣੀ ਵਿੱਚ ਕਹਿੰਦੇ ਹੈ,
ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ। ਜਿਹੜਾ ਫਿੱਕਾ ਬੋਲਦਾ ਉਹਦਾ ਤਨ ਵੀ ਅਤੇ ਉਹਦਾ ਮਨ ਵੀ ਫਿੱਕਾ ਹੈ, ਉਹਦੇ ਜੀਵਨ ਵਿੱਚ ਰਸ ਬਿਲਕੁਲ ਨਹੀਂ। ਸੋ ਕੰਨ ਤਦੋਂ ਅਮੋਲਕ ਹਨ ਜਦੋਂ ਗੁਰੂ ਦਾ ਸ਼ਬਦ ਸੁਣਦੇ ਹੈ, ਅਤੇ ਜ਼ੁਬਾਨ ਕੰਨਾਂ ਦੇ ਨਾਲ ਸੁਣੇ ਹੋਏ ਸ਼ਬਦ ਨੂੰ ਸਮਝ ਕੇ ਅਤੇ ਹੋਰਾਂ ਨੂੰ ਜਦੋਂ ਇਹ ਜ਼ੁਬਾਨ ਗੁਰੂ ਦਾ ਸ਼ਬਦ ਸੁਣਾਉਂਦੀ ਹੈ, ਸਮਝਾਉਂਦੀ ਹੈ, ਤਦੋਂ ਇਹ ਜ਼ੁਬਾਨ ਅਮੋਲਕ ਬਣ ਜਾਂਦੀ ਹੈ। ਹਸਤ ਚਰਨ ਨਿਰਮੋਲਕਾ ਗੁਰਮੁਖ ਮਾਰਗ ਸੇਵਕ ਮਾਏ। ਹੱਥਾਂ ਅਤੇ ਪੈਰਾਂ ਨੂੰ ਵੀ ਤਾਂ ਹੀ ਨਿਰਮੋਲਕ ਸਮਝਣਾ ਕਰੋ ਜੇ ਪੈਰ ਗੁਰੂ ਦੇ ਰਾਹ 'ਤੇ ਚੱਲਣ ਅਤੇ ਹੱਥ ਗੁਰੂ ਦੀ ਸੇਵਾ ਕਰਨ, ਸੰਗਤ ਦੀ ਸੇਵਾ ਕਰਨ, ਇਹ ਤਾਂ ਅਮੋਲਕ ਨੇ। ਅਤੇ ਜੇ ਪੈਰਾਂ ਦੇ ਨਾਲ ਬੰਦਾ ਖੋਟੀ ਸੰਗਤ ਵਿੱਚ ਚੱਲ ਕੇ ਜਾਂਦਾ, ਕੁਸੰਗਤ ਵਿੱਚ, ਫਿਰ ਕਾਹਦੇ ਅਮੋਲਕ ਹੋਏ? ਫਿਰ ਤਾਂ ਬੰਦਾ ਜੀਵਨ ਬਰਬਾਦ ਕਰ ਲੈਂਦਾ ਨਾ ਕੁਸੰਗਤ ਵਿੱਚ ਜਾ ਕੇ। ਹੱਥ ਇਹ ਤਾਂ ਅਮੋਲਕ ਹਨ ਜੇ ਗੁਰੂ ਦੀ ਸੇਵਾ ਕਰਦੇ ਹੈ। ਗੁਰਮੁਖ ਹਿਰਦਾ ਅਮੋਲ ਹੈ, ਅੰਦਰ ਗੁਰ ਉਪਦੇਸ ਵਸਾਏ। ਗੁਰਮੁਖ ਦਾ ਹਿਰਦਾ ਇਸ ਕਰਕੇ ਅਮੋਲਕ ਹੈ ਕਿਉਂਕਿ ਗੁਰਮੁਖ ਆਪਣੇ ਹਿਰਦੇ ਦੇ ਵਿੱਚ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਨੂੰ ਵਸਾਉਂਦਾ ਹੈ, ਤਾਂ ਉਹਦਾ ਹਿਰਦਾ ਅਮੋਲਕ ਹੈ। ਅਤੇ ਜੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਨਹੀਂ ਵਸਾਈ, ਗੁਰੂ ਦਾ ਉਪਦੇਸ਼ ਧਾਰਿਆ ਹੀ ਨਹੀਂ, ਫਿਰ ਉਸ ਹਿਰਦੇ ਦੀ ਕੀ ਕੀਮਤ? ਫਿਰ ਤਾਂ ਉਹ ਵਿਅਰਥ ਹੀ ਹੈ। ਸੋ ਇਸ ਲਈ ਹਿਰਦਾ ਅਮੋਲਕ ਤਾਂ ਹੈ ਜੇ ਗੁਰੂ ਦਾ ਉਪਦੇਸ਼ ਅੰਦਰ ਵਸਾਇਆ ਹੈ। ਪਤ ਪਰਵਾਣੈ ਤੋਲ ਤੁਲਾਏ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਦੀ ਪਤ ਇੱਜ਼ਤ ਉਹ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੈ। ਕਿਉਂਕਿ ਪ੍ਰਭੂ ਜਿਹੜਾ ਨਾ ਉਹ ਪਤ ਦਾ ਵੱਟਾ ਪਾ ਕੇ ਅਤੇ ਉਹਨੂੰ ਤੋਲਿਆ ਜਾਂਦਾ ਹੈ, ਅਤੇ ਐਸਾ ਗੁਰਮੁਖ ਜਿਹੜਾ ਤੋਲ ਦੇ ਵਿੱਚ ਪੂਰਾ ਉਤਰੇ ਉਹ ਪ੍ਰਵਾਨ ਪਤ ਵਾਲਾ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਬਹੁਤ ਵੱਡੀ ਸਿੱਖਿਆ ਦਿੱਤੀ ਹੈ। ਇਹ ਮਨੁੱਖਾ ਜਨਮ ਅਮੋਲਕ ਹੈ ਅਤੇ ਇਹ ਦੁਨੀਆ ਦੇ ਕਿਸੇ ਪਦਾਰਥ ਦੇ ਵੱਟੇ ਖਰੀਦਿਆ ਨਹੀਂ ਜਾ ਸਕਦਾ। 184 ਜੋਨ ਸਬਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏ ਦਾ। ਮਹਾਰਾਜ ਕਹਿੰਦੇ ਨੇ ਤੈਨੂੰ ਵਡਿਆਈ ਦਿੱਤੀ ਹੈ ਪਰਮਾਤਮਾ ਨੇ, ਅਤੇ ਜੇ ਸਮਾਂ ਤੇਰੇ ਹੱਥੋਂ ਲੰਘ ਗਿਆ ਅਤੇ ਤੂੰ ਜੰਮਣ ਮਰਨ ਦੇ ਗੇੜ ਵਿੱਚ ਪਿਆ ਹੋਇਆ ਦੁੱਖ ਪਾਵੇਂਗਾ। ਸਰੀਰ ਦੇ ਅੰਗਾਂ ਦੀ ਸਫਲਤਾ ਦੱਸੀ ਹੈ। ਹੱਥ, ਪੈਰ, ਅੱਖਾਂ, ਕੰਨ, ਜ਼ੁਬਾਨ, ਇਹ ਮੱਥਾ, ਸਿਰ, ਇਹ ਤਾਂ ਹੀ ਸਫਲ ਹੈ ਜੇ ਗੁਰੂ ਦੇ ਉਪਦੇਸ਼ ਦੇ ਅਨੁਸਾਰ ਚੱਲਣਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਨੇ ਬਾਣੀ ਦੇ ਵਿੱਚ ਸਰੀਰ ਦੇ ਇੱਕ ਇੱਕ ਅੰਗ ਦੀ ਸਫਲਤਾ ਦਾ ਜ਼ਿਕਰ ਕੀਤਾ ਹੈ। ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜੀਉ ਪਿਆ ਤਉ ਸਰਣੀ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਫਰਮਾਉਂਦੇ ਆ, ਹੇ ਪ੍ਰਭੂ, ਇਹ ਪੈਰ ਤਾਂ ਹੀ ਸ਼ੋਭਾ ਵਾਲੇ ਹਨ, ਸੋਹਣੇ ਹਨ। ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਜਦੋਂ ਇਹ ਤੇਰੇ ਦੱਸੇ ਰਾਹ 'ਤੇ ਚੱਲਦੇ ਹੈ ਤਾਂ ਇਹ ਪੈਰ ਸੋਹਣੇ ਲੱਗਦੇ ਹੈ। ਸੀਸ ਸੁਹਾਵਾ ਚਰਣੀ, ਇਹ ਸਿਰ ਤਾਂ ਸੋਹਣਾ ਲੱਗਦਾ ਜਦੋਂ ਤੇਰੇ ਚਰਨਾਂ ਦੇ ਉੱਤੇ ਨਮਸਕਾਰ ਕਰੇ। ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਇਹ ਮੁਖ ਜਿਹੜਾ ਨਾ ਇਹ ਤਾਂ ਹੀ ਸੋਹਣਾ ਲੱਗਦਾ ਹੈ ਜੇ ਤੇਰੇ ਜਸ ਨੂੰ ਗਾਵੇ, ਤੇਰੀਆਂ ਵਡਿਆਈਆਂ, ਤੇਰੀ ਬਾਣੀ ਪੜ੍ਹੇ, ਤਾਂ ਇਹ ਮੁਖ ਸੋਹਣਾ ਹੈ। ਅਤੇ ਜਿਹੜਾ ਮੁਖ ਜਿੱਤੋਂ ਗਾਲਾਂ ਹੀ ਨਿਕਲਦੀਆਂ ਨੇ, ਫਿੱਕੇ ਬੋਲ ਨਿਕਲਦੇ ਨੇ, ਉਹ ਤਾਂ ਗੰਦਾ ਹੈ ਨਾ। ਜ਼ਹਿਰ ਉਹਦੇ ਮੁਖ ਤੋਂ ਨਿਕਲਦਾ ਹੈ। ਜਿਵੇਂ ਬੰਦਾ ਜ਼ਹਿਰ ਪੀ ਲਵੇ ਨਾ, ਉਹਦੇ ਅੰਦਰੋਂ ਫਿਰ ਝੱਗ ਆਉਣ ਲੱਗ ਪੈਂਦੀ ਹੈ, ਮੂੰਹ ਦੇ ਦਰ ਰਾਹੀਂ ਬਾਹਰ। ਇਹ ਹਾਲ ਹੈ ਬੰਦੇ ਦੇ ਅੰਦਰ, ਜਿਹਦੇ ਅੰਦਰ ਜ਼ਹਿਰ ਹੈ, ਮੁਖ ਰਾਹੀਂ ਜ਼ਹਿਰ ਹੀ ਬਾਹਰ ਆਵੇਗੀ।
ਇਹ ਮੂੰਹ ਇਹ ਮੁਖ ਤਾਂ ਸ਼ੋਭਨੀਕ ਹੈ ਜਦੋਂ ਤੇਰੇ ਜਸ ਨੂੰ ਗਾਉਂਦਾ ਹੈ। ਜਿਉ ਪਿਆ ਤੋ ਸਰਣੀ, ਤੇ ਜਿੰਦ ਤਾਂ ਹੀ ਸੋਹਣੀ ਲੱਗਦੀ ਹੈ ਜੇ ਤੇਰੀ ਸ਼ਰਨ ਦੇ ਵਿੱਚ ਪਈ ਹੋਈ ਹੋਵੇ। ਸਰੀਰ ਦੇ ਅੰਗ ਸਫਲੇ ਨੇ ਜੇ ਗੁਰੂ ਉਪਦੇਸ਼ ਨੂੰ ਧਾਰਨ ਕਰਨ। ਪਾਤਸ਼ਾਹ ਦਾ ਬਚਨ ਹੋਰ ਬਾਣੀ ਵਿੱਚ ਪੜ੍ਹਦੇ ਹਾਂ, ਹਸਤ ਪੁਨੀਤ ਹੋਏ ਤਤਕਾਲ। ਮਹਾਰਾਜ ਕਹਿੰਦੇ ਇਹ ਜਿਹੜੇ ਹੱਥ ਜਦੋਂ ਗੁਰੂ ਦੀ ਵਡਿਆਈ ਲਿਖਦੇ ਹੈ, ਇਹਨਾਂ ਹੱਥਾਂ ਦੇ ਨਾਲ ਗੁਰਬਾਣੀ ਲਿਖੀ ਜਾਂਦੀ ਹੈ, ਇਹਨਾਂ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕੀਤੀ ਜਾਂਦੀ ਹੈ, ਸੰਗਤ ਦੀ ਸੇਵਾ ਕੀਤੀ ਜਾਂਦੀ ਹੈ, ਤਾਂ ਇਹ ਹੱਥ ਜਿਹੜੇ ਹੈ ਪਵਿੱਤਰ ਹੋ ਜਾਂਦੇ ਆ ਉਸੇ ਵੇਲੇ। ਬਿਨ ਸਜਾਹੇ ਮਾਇਆ ਜੰਜਾਲ, ਤੇ ਫਿਰ ਮਾਇਆ ਦੇ ਜੰਜਾਲ ਸਾਰੇ ਹੀ ਦੂਰ ਹੋ ਜਾਂਦੇ ਹੈ। ਰਸਨਾ ਰਮਹੁ ਰਾਮ ਗੁਣ ਨੀਤ, ਸੁਖ ਪਾਵਹੁ ਮੇਰੇ ਭਾਈ ਮੀਤ। ਗੌੜੀ ਰਾਗ ਵਿੱਚ ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਫਰਮਾਉਂਦੇ ਹੈ, ਬੰਦਿਆ ਇਹ ਤੇਰੀ ਰਸਨਾ ਤਾਂ ਸਫਲੀ ਹੈ ਜੇ ਤੂੰ ਰੱਬ ਦੇ ਗੁਣ ਗਾਵੇਂ, ਤੇ ਜੇ ਰੱਬ ਦੇ ਗੁਣ ਗਾਵੇਂਗਾ ਸਦੀਵੀ ਸੁੱਖ ਵੀ ਤੈਨੂੰ ਤਾਂ ਹੀ ਮਿਲੇਗਾ। ਤੋ ਸਰੀਰ ਦਾ ਇੱਕ ਇੱਕ ਅੰਗ ਸਫਲ ਹੁੰਦਾ ਹੈ। ਕਰਨੀ ਸੁਣੀਐ ਜਸ ਗੋਪਾਲ, ਕੰਨ ਤਾਂ ਸਫਲੇ ਨੇ ਜੇ ਗੁਰੂ ਦਾ ਪ੍ਰਭੂ ਦਾ ਜਸ ਇਹ ਕੰਨ ਸੁਣਨਾ ਕਰਨ। ਨੈਣੀ ਪੇਖਤ ਸਾਧ ਦਇਆਲ, ਇਹ ਨੇਤਰ ਤਾਂ ਸਫਲੇ ਨੇ ਜੇ ਗੁਰੂ ਦਾ ਦਰਸ਼ਨ ਕਰਨ ਅਥਵਾ ਸਾਧੂ ਸਤਪੁਰਸ਼ਾਂ ਦਾ ਇਹ ਦੀਦਾਰ ਕਰਨ, ਸੰਗਤ ਦੇ ਦਰਸ਼ਨ ਕਰਨ। ਇਹ ਨੇਤਰ ਤਾਂ ਸਫਲੇ ਹੈ। ਰਸਨਾ ਗੁਣ ਗਾਵੈ ਬੇਅੰਤ, ਮਨ ਮਹਿ ਚਿਤਵੈ ਪੂਰਨ ਭਗਵੰਤ। ਰਸਨਾ ਬੇਅੰਤ ਪ੍ਰਭੂ ਦੇ ਗੁਣ ਗਾਵੇ ਤਾਂ ਸਫਲੀ ਹੋ ਜਾਂਦੀ ਹੈ। ਨਾਮ ਕਹਿਤ ਗੋਬਿੰਦ ਕਾ, ਸੂਚੀ ਭਈ ਰਸਨਾ। ਮਹਾਰਾਜ ਕਹਿੰਦੇ ਗੋਬਿੰਦ ਦਾ ਨਾਮ ਜਪਦਿਆਂ ਇਹ ਰਸਨਾ ਸੂਚੀ ਪਵਿੱਤਰ ਹੋ ਜਾਂਦੀ ਹੈ। ਹਸਤ ਚਰਨ ਸੰਤ ਟਹਿਲ ਕਮਾਈਐ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ। ਕਹਿੰਦੇ ਇਹ ਹੱਥ ਜਦੋਂ ਰੱਬ ਦੇ ਪਿਆਰਿਆਂ ਦੀ ਟਹਿਲ ਕਰਦੇ ਹੈ ਸਫਲ ਹੋ ਜਾਂਦੇ ਹੈ। ਅਤੇ ਇਹ ਜਿਹੜੀ ਸਿੱਖਿਆ ਹੈ ਇਹ ਤਾਂ ਪ੍ਰਭੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਸਾਰੀਆਂ ਦਾਤਾਂ ਹਰ ਬੰਦਾ ਸਰੀਰ ਦੇ ਅੰਗਾਂ ਨੂੰ ਸਫਲ ਨਹੀਂ ਬਣਾਉਂਦਾ। ਕਈ ਸਰੀਰ ਦੀਆਂ ਇੰਦਰੀਆਂ ਨੂੰ ਵਿਸ਼ਿਆਂ ਦੇ ਵਿੱਚ ਲਾ ਕਰਕੇ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਹੈ। ਸੋ ਇਸ ਲਈ ਮਹਾਰਾਜ ਜੀ ਬਾਣੀ ਵਿੱਚ ਵਾਰ-ਵਾਰ ਸਾਡੇ ਸਰੀਰ ਦੇ ਅੰਗਾਂ ਨੂੰ ਸਫਲ ਬਣਾਉਣ ਵਾਸਤੇ ਇਹ ਉਪਦੇਸ਼ ਦਿੰਦੇ ਹੈ। ਸੋ ਅਗਲੀ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਚੇਤੇ ਕਰਵਾਉਂਦੇ ਹੈ, ਇਹ ਮਨੁੱਖ ਜਿਹੜੀਆਂ ਰੱਬ ਨੇ ਤੈਨੂੰ ਦਾਤਾਂ ਦਿੱਤੀਆਂ ਬੇਅੰਤ ਹਨ। ਅਨੰਤ ਦਾਤਾਂ ਪ੍ਰਭੂ ਨੇ ਦਿੱਤੀਆਂ ਨੇ ਅਤੇ ਤੂੰ ਉਹਦੀਆਂ ਦਾਤਾਂ ਨੂੰ ਭੁੱਲਿਆ ਹੈ, ਦਾਤੇ ਨੂੰ ਭੁੱਲਿਆ ਹੋਇਆ ਹੈ। ਰਕਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਸਭ ਤੋਂ ਪਹਿਲਾਂ ਪਰਮਾਤਮਾ ਨੇ ਰਕਤ ਬਿੰਦ ਕਰ ਨਿੰਮਿਆ। ਸਾਡੇ ਇਸ ਮਨੁੱਖਾ ਸਰੀਰ ਦੀ ਗੱਲ ਕਰਦੇ ਭਾਈ ਗੁਰਦਾਸ ਜੀ। ਮਾਤਾ ਦੀ ਰਕਤ ਅਤੇ ਪਿਤਾ ਦੇ ਬਿੰਦ ਤੋਂ ਪਰਮਾਤਮਾ ਨੇ ਤੈਨੂੰ ਸਥਿਰ ਕੀਤਾ, ਸਥਿਤ ਕੀਤਾ। ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਅਤੇ ਤੇਰਾ ਜਿਹੜਾ ਸਰੀਰ ਦਾ ਚਿੱਤਰ ਆ ਨਾ, ਨਕਸ਼ਾ, ਸਰੀਰ ਦਾ ਆਕਾਰ, ਇਹ ਨਾਨਾ ਤਰ੍ਹਾਂ ਦਾ, ਕਈ ਤਰ੍ਹਾਂ ਦਾ ਅਸਚਰਜ ਪਰਮਾਤਮਾ ਨੇ ਬਣਾਇਆ ਹੈ। ਮੁੱਖ ਹੋਰ ਤਰ੍ਹਾਂ ਦਾ ਬਣਾਇਆ, ਹੱਥ ਪੈਰ ਹੋਰ ਤਰ੍ਹਾਂ ਦੇ, ਉਂਗਲਾਂ ਬਣਾ ਦਿੱਤੀਆਂ, ਬਾਹਾਂ ਬਣਾ ਦਿੱਤੀਆਂ, ਸਰੀਰ ਦੇ ਸਾਰੇ ਅੰਗ ਪ੍ਰਤੰਗ, ਨੱਕ, ਅੱਖਾਂ, ਕੰਨ, ਕਈ ਤਰ੍ਹਾਂ। ਇੱਕੋ ਜਿਹਾ ਥੋੜ੍ਹੀ ਹੈ ਸਰੀਰ, ਕਿਸ ਤਰ੍ਹਾਂ ਦੀ ਬਣਾਵਟ ਪ੍ਰਭੂ ਨੇ ਬਣਾਈ ਹੈ। ਅੱਖਾਂ ਉੱਤੇ ਸਿਰ ਵਿੱਚ ਲਾਈਆਂ ਉਹਨੇ, ਗਿੱਟਿਆਂ 'ਚ ਨਹੀਂ ਲਾ ਦਿੱਤੀਆਂ, ਮਿੱਟੀ ਨਾਲ ਭਰ ਜਿਆ ਕਰਨੀਆਂ ਸੀ। ਸੋ ਪਰਮਾਤਮਾ ਨੇ ਰਕਤ ਬਿੰਦ ਕਰ ਨਿੰਮਿਆ। ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਮਾਤਾ ਦੀ ਰਕਤ, ਸੈੱਲ, ਪਿਤਾ ਦੇ ਬਿੰਦ ਤੋਂ ਪ੍ਰਭੂ ਨੇ ਇਹ ਸਰੀਰ ਬਣਾਇਆ ਹੈ, ਅਸਚਰਜ ਬਣਾਇਆ ਹੈ। ਇਹੋ ਜਿਹਾ ਕੋਈ ਬਣਾ ਨਹੀਂ ਸਕਦਾ।
ਗਰਭ ਕੁੰਡ ਵਿੱਚ ਰੱਖਿਆ, ਜੀਉ ਪਾਏ ਤਨ ਸਾਜ ਸੁਹਾਇਆ। ਪਰਮਾਤਮਾ ਨੇ ਮਾਤਾ ਦੇ ਗਰਭ ਕੁੰਡ ਦੇ ਵਿੱਚ ਇਹ ਸਰੀਰ ਨੂੰ ਰੱਖਿਆ। ਗਰਭ ਕੁੰਡ ਵਿੱਚ ਰੱਖਿਆ, ਮਾਤਾ ਦੇ ਗਰਭ ਦੇ ਵਿੱਚ ਇਸ ਸਰੀਰ ਦੀ ਬ੍ਰਿਧੀ ਹੋਈ, ਵਧਿਆ ਫੁੱਲਿਆ। ਜੀਉ ਪਾਏ ਤਨ ਸਾਜ ਸੁਹਾਇਆ, ਕੱਲਾ ਸਰੀਰ ਆਕਾਰ ਹੀ ਨਹੀਂ, ਅੰਗ ਹੀ ਨਹੀਂ, ਇਹਦੇ ਵਿੱਚ ਜੀਉ ਪਾਏ, ਜਿੰਦ ਪਾਈ ਉਹਨੇ। ਚੇਤਨ ਸੱਤਾ ਪਰਮਾਤਮਾ ਨੇ ਟਿਕਾਈ, ਸਰੀਰ ਵਿੱਚ ਜਾਨ ਪਾਈ। ਤਨ ਸਾਜ ਸੁਹਾਇਆ, ਤੇ ਸਰੀਰ ਨੂੰ ਸਾਜ ਕੇ ਬਣਾ ਕੇ ਸੋਹਣਾ ਸ਼ੋਭਨੀਕ ਕਰ ਦਿੱਤਾ ਵਾਹਿਗੁਰੂ ਪਰਮੇਸ਼ਰ ਨੇ। ਮੋਹ ਅੱਖੀ ਦੇ ਨੱਕ ਕੰਨ, ਹੱਥ ਪੈਰ ਦੰਦ ਵਾਲ ਗਣਾਇਆ। ਮੂੰਹ, ਅੱਖਾਂ, ਨੱਕ, ਕੰਨ, ਇਹ ਸਾਰੀਆਂ ਦਾਤਾਂ ਪਰਮਾਤਮਾ ਨੇ ਦਿੱਤੀਆਂ। ਮੂੰਹ ਦਿੱਤਾ ਬਚਨ ਬੋਲਣ ਲਈ, ਭੋਜਨ ਖਾਣ ਲਈ। ਅੱਖਾਂ ਵੇਖਣ ਲਈ ਦਿੱਤੀਆਂ, ਨੱਕ ਸੁੰਘਣ ਲਈ, ਸਾਹ ਲੈਣ ਲਈ, ਕੰਨ ਸੁਣਨ ਲਈ। ਹੱਥ ਪੈਰ ਦੰਦ ਵਾਲ ਗਣਾਇਆ, ਹੱਥ ਦਿੱਤੇ ਕੰਮ ਕਰਨ ਵਾਸਤੇ, ਪੈਰ ਦਿੱਤੇ ਚੱਲਣ ਲਈ, ਦੰਦ ਦਿੱਤੇ ਪਰਮਾਤਮਾ ਨੇ ਚਿੱਥਣ ਲਈ, ਚੱਬਣ ਲਈ। ਵਾਲ ਗਣਾਇਆ, ਤੇ ਸਰੀਰ ਦੇ ਵਾਲ ਦਿੱਤੇ, ਗਿਣ ਕੇ ਦਿੱਤੇ ਪਰਮਾਤਮਾ ਨੇ। ਸਰੀਰ ਦੀ ਸ਼ੋਭਾ, ਕੇਸ ਦਿੱਤੇ। ਸੋ ਪਰਮਾਤਮਾ ਨੇ ਇਹ ਕਿੰਨੀਆਂ ਵੱਡੀਆਂ ਅਮੋਲਕ ਦਾਤਾਂ ਇਹ ਬੰਦੇ ਤੈਨੂੰ ਦਿੱਤੀਆਂ ਨੇ। ਦਿਸ਼ਟ ਸ਼ਬਦ ਗਤ ਸੁਰਤ ਲਿਵ, ਰਾਗ ਰੰਗ ਰਸ ਪਰਸ ਲੁਭਾਇਆ। ਫਿਰ ਇਹ ਇਕੱਲੇ ਅੰਗ ਉਸਨੇ ਬਣਾਏ ਹੀ ਨਹੀਂ, ਇਹਨਾਂ ਅੰਗਾਂ ਨੂੰ ਸ਼ਕਤੀ ਦਿੱਤੀ। ਦਿਸ਼ਟ ਕਹਿੰਦੇ ਨੇ ਆ ਜਿਹੜੀਆਂ ਅੱਖਾਂ ਨੇ ਨਾ, ਇਹਨਾਂ ਅੱਖਾਂ ਵਿੱਚ ਉਹ ਸ਼ਕਤੀ, ਉਹ ਤਾਕਤ ਰੱਖੀ ਜਿਹੜੀ ਵੇਖਦੀ ਹੈ। ਜੇ ਇਕੱਲੀਆਂ ਅੱਖਾਂ ਬਣਾ ਦਿੰਦਾ ਤੇ ਇਹਨਾਂ ਵਿੱਚ ਉਹ ਸ਼ਕਤੀ ਨਾ ਰੱਖਦਾ, ਤੇ ਇਹ ਕਿੱਥੋਂ ਵੇਖਦੀਆਂ? ਨਹੀਂ ਸੀ ਵੇਖ ਪਾਉਣਾ। ਜੇ ਕੰਨ ਬਣਾ ਦਿੰਦਾ, ਸਾਰਾ ਕੁਝ ਬਣਾਉਂਦਾ, ਸੁਣਨ ਦੀ ਸ਼ਕਤੀ ਹੀ ਪਰਮਾਤਮਾ ਵਿੱਚ ਨਾ ਰੱਖਦਾ, ਤੇ ਕੰਨ ਕਿਵੇਂ ਸੁਣ ਲੈਂਦੇ? ਆਪਾਂ ਵੇਖਦੇ ਕਈ ਬੰਦੇ ਜਿਹੜੇ ਆ, ਉਹਨਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ ਹੁੰਦਾ, ਬੋਲੇ ਹੁੰਦੇ ਆ। ਕੰਨ ਤਾਂ ਉਹਨਾਂ ਦੇ ਸਰੀਰ ਦੇ ਨਾਲ ਹੀ ਲੱਗੇ ਹੁੰਦੇ ਆ ਨਾ, ਸਾਰੇ ਅੰਗ ਪ੍ਰਤੰਗ ਸਹੀ ਹੁੰਦੇ ਆ, ਪਰ ਉਹ ਸ਼ਕਤੀ ਨਹੀਂ ਹੁੰਦੀ ਵਿੱਚ ਜਿਹੜੀ ਉਸ ਸ਼ਬਦ ਨੂੰ ਗ੍ਰਹਿਣ ਕਰ ਸਕਦੀ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਦੇ ਵਿੱਚ ਉਹਨੇ ਵੇਖਣ ਦੀ ਸ਼ਕਤੀ ਰੱਖੀ, ਕੰਨਾਂ ਵਿੱਚ ਉਹਨੇ ਸੁਣਨ ਦੀ ਤਾਕਤ ਰੱਖੀ ਹੈ, ਔਰ ਗਤ ਇਸੇ ਤਰ੍ਹਾਂ ਇਹ ਜਿਹੜੀ ਸਾਡੀ ਤੁਚਾ ਹੈ ਚਮੜੀ, ਜਦੋਂ ਕੋਈ ਸਾਨੂੰ ਸਪਰਸ਼ ਕਰਦਾ ਸਾਨੂੰ ਪਤਾ ਲੱਗਦਾ ਹੈ। ਕੀੜੀ ਵੀ ਸਾਡੇ ਹੱਥਾਂ 'ਤੇ ਤੁਰੇ ਅਸੀਂ ਮਹਿਸੂਸ ਕਰਦੇ ਹਾਂ। ਚੇਸ਼ਟਾ, ਅੰਗਾਂ ਦੇ ਵਿੱਚ ਹਿੱਲਣ ਜੁਲਣ ਦੀ ਤਾਕਤ, ਇਹ ਮਹਿਸੂਸ ਕਰਦੇ ਆ ਕੋਈ ਸਾਨੂੰ ਟੱਚ ਕਰੇ। ਇਹ ਤਾਕਤ ਪਰਮਾਤਮਾ ਨੇ ਰੱਖੀ ਹੈ। ਤੇ ਜਿਹੜਾ ਸਰੀਰ ਦਾ ਅੰਗ ਖਤਮ ਹੋ ਜਾਂਦਾ ਨਾ, ਤੇ ਉਹਨੂੰ ਕੋਈ ਹੱਥ ਲਾਵੇ ਸਾਨੂੰ ਨਹੀਂ ਪਤਾ ਲੱਗਦਾ। ਇਹ ਜਿਉਂਦੇ ਜਾਗਦੇ ਅੰਗ ਪਰਮਾਤਮਾ ਨੇ ਬਣਾਏ ਹੈ। ਵਾਹਿਗੁਰੂ ਨੇ ਸੁਰਤ ਦਿੱਤੀ ਹੈ, ਬੰਦਾ ਸਮਝ ਸਕੇ, ਲਿਵ ਦਿੱਤੀ ਹੈ, ਗੁਰੂ ਚਰਨਾਂ ਨਾਲ, ਸ਼ਬਦ ਦੇ ਨਾਲ ਜੁੜ ਸਕੇ। ਔਰ ਇਸੇ ਹੀ ਤਰ੍ਹਾਂ ਸ਼ਬਦ ਜਿਹੜੇ ਆ ਉਹ ਰਾਗ ਨੂੰ ਸੁਣਦੇ ਹੈ, ਗ੍ਰਹਿਣ ਕਰਦੇ ਹੈ। ਦ੍ਰਿਸ਼ਟੀ ਜਿਹੜੀ ਹੈ, ਨੇਤਰ, ਇਹ ਰੰਗ ਨੂੰ, ਆਕਾਰ ਨੂੰ ਦੇਖਦੇ ਹੈ। ਔਰ ਸੁਰਤ ਜਿਹੜੀ ਹੈ ਜਦੋਂ ਜੁੜਦੀ ਹੈ, ਰਸ ਨੂੰ ਪ੍ਰਾਪਤ ਕਰਦੀ ਹੈ। ਤੇ ਚੇਸ਼ਟਾ, ਜੋ ਕੋਈ ਸਾਨੂੰ ਸਪਰਸ਼ ਕਰਦਾ ਹੈ, ਸਾਨੂੰ ਉਹ ਮਹਿਸੂਸ ਹੁੰਦਾ ਹੈ। ਔਰ ਬੰਦਾ ਇਸੇ ਤਰ੍ਹਾਂ ਜਿਹੜੇ ਇਹ ਇੰਦਰੇ ਨੇ, ਉਹ ਉਹਨਾਂ ਵਿਸ਼ਿਆਂ ਨੂੰ ਗ੍ਰਹਿਣ ਕਰਦੇ, ਉਹਦੇ ਵਿੱਚ ਲੁਭਾਇਆ ਤੋਂ ਭਾਵ ਲੱਗਣਾ ਕਰਦੇ ਹੈ। ਅੱਖਾਂ ਜਿਹੜੀਆਂ ਉਹ ਵੇਖਣ ਦਾ ਕੰਮ ਕਰਦੀਆਂ, ਅੱਖਾਂ ਸੁਣਦੀਆਂ ਨਹੀਂ। ਕੰਨ ਸੁਣਦੇ ਆ, ਕੰਨ ਵੇਖ ਨਹੀਂ ਸਕਦੇ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ 5 ਵਿਸ਼ੇ ਨੂੰ ਜਿਹੜੇ ਇੰਦਰੇ ਨੇ ਗ੍ਰਹਿਣ ਕਰਦੇ ਹੈ। ਕੰਨ ਸ਼ਬਦਾਂ ਨੂੰ ਗ੍ਰਹਿਣ ਕਰਦੇ ਹੈ। ਸਪਰਸ਼, ਇਹ ਤੁਚਾ ਜਿਹੜੀ ਹੈ ਉਸ ਨੂੰ ਗ੍ਰਹਿਣ ਕਰਦੀ ਹੈ। ਅੱਖਾਂ ਰੂਪ ਨੂੰ ਗ੍ਰਹਿਣ ਕਰਦੀਆਂ ਨੇ। ਰਸਨਾ, ਰਸ ਨੂੰ ਗ੍ਰਹਿਣ ਕਰਦੀ ਹੈ। ਗੰਧ, ਨੱਕ ਜਿਹੜਾ ਹੈ ਸੁਗੰਧੀ ਨੂੰ ਗ੍ਰਹਿਣ ਕਰਦਾ ਹੈ।
ਸੋ ਇਹ ਇੰਦਰੇ ਆਪੋ ਆਪਣੇ ਵਿਸ਼ੇ ਨੂੰ ਗ੍ਰਹਿਣ ਕਰਦੇ। ਇਹਨਾਂ ਇੰਦਰੀਆਂ ਦੇ ਵਿੱਚ ਵਾਹਿਗੁਰੂ ਨੇ ਉਹ ਤਾਕਤ ਰੱਖੀ ਹੈ, ਉਹ ਚੇਤਨ ਸੱਤਾ ਰੱਖੀ ਹੈ, ਜਿਹੜੇ ਆਪਣੇ ਵਿਸ਼ੇ ਨੂੰ ਗ੍ਰਹਿਣ ਕਰਕੇ ਬੰਦੇ ਨੂੰ ਗਿਆਨ ਕਰਾ ਦਿੰਦੇ ਅੰਦਰ। ਅਸੀਂ ਤੁਰਦੇ ਜਾਈਏ, ਕਿਤੇ ਕੂੜੇ ਦਾ ਬਹੁਤਾ ਢੇਰ, ਗੰਦਗੀ ਪਈ ਹੋਵੇ, ਸਾਨੂੰ ਬਦਬੂ ਆਉਣ ਲੱਗ ਪੈਂਦੀ ਹੈ। ਕੰਨ ਤਾਂ ਨਹੀਂ ਦੱਸਦੇ, ਨੱਕ ਰਾਹੀਂ ਸਾਨੂੰ ਦੁਰਗੰਧ ਆਈ ਅਤੇ ਬੰਦੇ ਨੂੰ ਸਮਝ ਆ ਗਈ ਵੀ ਕੂੜਾ ਹੈ, ਗੰਦਗੀ ਹੈ। ਸੋ ਇਸ ਤਰ੍ਹਾਂ ਇੰਦਰੇ ਵਿਸ਼ਿਆਂ ਨੂੰ ਗ੍ਰਹਿਣ ਕਰਕੇ ਸੋਝੀ ਕਰਵਾਉਂਦੇ ਆ। ਦਿਸ਼ਟ ਸ਼ਬਦਗਤ ਸੁਰਤ ਲਿਵ, ਰਾਗ ਰੰਗ ਰਸ ਪਰਸ ਲੁਭਾਇਆ। ਉੱਤਮ ਕੁਲ ਉੱਤਮ ਜਨਮ, ਰੋਮ ਰੋਮ ਗਣ ਅੰਗ ਸਬਾਇਆ। ਇਹ ਉੱਤਮ ਕੁਲ ਹੈ, ਮਨੁੱਖਾ ਜਨਮ ਜਿਹੜੀ ਹੈ, ਇਹ ਕਿੰਨੀਆਂ ਜੂਨਾਂ ਨੇ, ਸਭ ਤੋਂ ਉੱਤਮ ਕੁਲ ਹੈ। ਉੱਤਮ ਜਨਮ, ਫਿਰ ਵਾਹਿਗੁਰੂ ਨੇ ਉੱਤਮ ਜਨਮ ਦਿੱਤਾ ਹੈ। ਜਿਹੜਾ ਉੱਤੇ ਜ਼ਿਕਰ ਕੀਤਾ ਨਾ, ਹੱਥ ਪੈਰ ਇੰਦਰੇ ਅਤੇ ਇਹਨਾਂ ਵਿੱਚ ਸ਼ਕਤੀ ਰੱਖੀ, ਤਾਂ ਇਹ ਉੱਤਮ ਜਨਮ ਹੈ। ਰੋਮ ਰੋਮ ਗਣ ਅੰਗ ਬਣਾ ਸਬਾਇਆ, ਅਤੇ ਰੋਮ ਰੋਮ ਗਿਣ ਕੇ ਸਾਰੇ ਅੰਗਾਂ ਨੂੰ ਪਰਮਾਤਮਾ ਨੇ ਬਣਾਇਆ ਹੈ। ਬਾਲ ਬੁੱਧ ਮੋਹਿ ਦੁੱਧ ਦੇ ਕਰ, ਮਲ ਮੂਤਰ ਸੂਤਰ ਵਿੱਚ ਆਇਆ। ਅਤੇ ਇਸੇ ਤਰ੍ਹਾਂ ਜਦੋਂ ਬਾਲ ਬੁੱਧ ਦੇ ਬਾਲਕ ਅਵਸਥਾ ਸੀ, ਰੋਟੀ ਨਹੀਂ ਸੀ ਖਾ ਸਕਦਾ, ਮੋਹੇ ਦੁੱਧ ਦੇ ਕਰ, ਫਿਰ ਮਾਤਾ ਇਸ ਨੂੰ ਦੁੱਧ ਪਿਆਉਂਦੀ ਹੈ। ਇਹਦਾ ਭੋਜਨ ਉਦੋਂ ਦੁੱਧ ਹੀ ਹੁੰਦਾ ਹੈ, ਦੁੱਧ ਦੇ ਆਸਰੇ ਰਹਿੰਦਾ ਹੈ। ਮਲ ਮੂਤਰ ਸੂਤਰ ਵਿੱਚ ਆਇਆ, ਅਤੇ ਜਦੋਂ ਮਲ ਮੂਤਰੇ ਦੇ ਕਰਮ ਇੰਦਰੀਆਂ ਵਿੱਚ ਆਉਂਦਾ ਹੈ, ਦੋਹਾਂ ਵਿੱਚ, ਉਦੋਂ ਫਿਰ ਮਾਤਾ ਇਸ ਦਾ ਮਲ ਮੂਤਰ ਸਾਫ਼ ਕਰਦੀ ਹੈ। ਮਾਂ ਵਾਹਿਗੁਰੂ ਨੇ ਇਹਦੀ ਸੇਵਾ ਵਾਸਤੇ ਮਾਂ ਦਿੱਤੀ ਹੈ, ਮਾਂ ਸੇਵਾ ਕਰਦੀ ਹੈ। ਸੋ ਬਾਲ ਅਵਸਥਾ ਦੇ ਵਿੱਚ ਦੁੱਧ ਦਿੱਤਾ ਹੈ ਇਹਦੇ ਮੁਖ ਵਿੱਚ ਵਾਹਿਗੁਰੂ ਨੇ, ਅਤੇ ਦੁੱਧ ਪੀ ਕਰਕੇ ਜਦੋਂ ਮਲ ਮੂਤਰ ਤਿਆਗ ਕਰਦਾ ਹੈ, ਅਤੇ ਫਿਰ ਮਾਂ, ਸੂਤਰ ਤੋਂ ਭਾਵ ਉਹ ਇੰਦਰੀਆਂ ਜਿਨ੍ਹਾਂ ਰਾਹੀਂ ਮਲ ਅਤੇ ਮੂਤਰ ਆਉਂਦਾ ਹੈ। ਵਾਹਿਗੁਰੂ ਇਹ ਮਾਂ ਦੀ ਦਾਤ ਦਿੰਦਾ ਹੈ, ਤੋ ਮਾਤਾ ਇਹਦੇ ਮਲ ਮੂਤਰ ਨੂੰ ਸਾਫ਼ ਕਰਦੀ ਹੈ। ਹੋਏ ਸਿਆਣਾ ਸਮਝਿਆ, ਕਰਤਾ ਛੱਡ ਕੀਤੇ ਲਪਟਾਇਆ। ਭਾਈ ਗੁਰਦਾਸ ਜੀ ਸਾਨੂੰ ਸਮਝਾ ਕੀ ਰਹੇ ਹੈ। ਭਾਈ ਸਾਹਿਬ ਜੀ ਕਹਿੰਦੇ, ਵੇਖੋ ਇੰਨੀਆਂ ਦਾਤਾਂ ਪ੍ਰਮਾਤਮਾ ਨੇ ਦਿੱਤੀਆਂ, ਸਾਰਾ ਕੁਝ ਦਿੱਤਾ, ਅਤੇ ਇਹ ਫਿਰ ਵੱਡਾ ਹੋ ਗਿਆ। ਹੋਏ ਸਿਆਣਾ ਸਮਝਿਆ, ਜਦੋਂ ਵੱਡਾ ਹੋ ਕੇ ਸਿਆਣਾ ਹੋ ਕੇ ਸਮਝਿਆ, ਅਤੇ ਕਹਿੰਦੇ ਬੰਦੇ ਦੀ ਸਿਆਣਪ ਵੇਖੋ, ਕਰਤਾ ਛੱਡ ਕੀਤੇ ਲਪਟਾਇਆ। ਇਹਨੇ ਕਰਤੇ ਨੂੰ, ਰੱਬ ਨੂੰ ਛੱਡ ਦਿੱਤਾ, ਅਤੇ ਜੋ ਕੁਝ ਰੱਬ ਨੇ ਬਣਾਇਆ ਸੀ ਉਹਦੇ ਨਾਲ ਇਹ ਚੰਬੜ ਗਿਆ, ਫਸ ਗਿਆ, ਉਹਦੇ ਵਿੱਚ ਪਦਾਰਥਾਂ ਦੇ ਨਾਲ ਜੁੜ ਗਿਆ, ਧਨ ਦੌਲਤ ਦੇ ਨਾਲ ਜੁੜ ਗਿਆ। ਇਹਨੇ ਸੰਬੰਧੀਆਂ ਦੇ ਨਾਲ ਮੋਹ ਪਾ ਲਿਆ, ਰੱਬ ਨੂੰ ਚੇਤੇ ਨਹੀਂ ਕੀਤਾ। ਹੋਏ ਸਿਆਣਾ ਸਮਝਿਆ, ਕਰਤਾ ਛੱਡ ਕੀਤੇ ਲਪਟਾਇਆ। ਅਤੇ ਜੋ ਕੁਝ ਵਾਹਿਗੁਰੂ ਨੇ ਬਣਾਇਆ ਸੀ, ਵਸਤੂਆਂ ਪਦਾਰਥ, ਉਹਨਾਂ ਦੇ ਰਸਾਂ ਦੇ ਵਿੱਚ ਇਹ ਲਪਟ ਗਿਆ। ਗੁਰ ਪੂਰੇ ਵਿਣ ਮੋਹਿਆ ਮਾਇਆ। ਸੋ ਪੂਰੇ ਗੁਰੂ ਤੋਂ ਬਿਨਾਂ ਇਹ ਜਿਹੜਾ ਮਨੁੱਖ ਹੈ, ਮਾਇਆ ਦੇ ਵਿੱਚ ਮੋਹਿਆ ਜਾਂਦਾ ਹੈ। ਜੇ ਪੂਰੇ ਗੁਰੂ ਦੀ ਸ਼ਰਨ ਪੈ ਜਾਏ, ਅਤੇ ਫਿਰ ਇਹ ਮਾਇਆ ਦੇ ਵਿੱਚ ਮੋਹਿਆ ਨਹੀਂ ਜਾਵੇਗਾ, ਫਿਰ ਕਰਤੇ ਨੂੰ ਚੇਤੇ ਕਰੇਗਾ। ਜੋ ਕੁਝ ਉਹਨੇ ਪੈਦਾ ਕੀਤਾ ਨਾ, ਉਹਨੂੰ ਵੇਖ ਕੇ, ਉਹਦੀਆਂ ਦਾਤਾਂ ਨੂੰ ਵੇਖ ਕੇ ਦਾਤੇ ਨੂੰ ਚੇਤੇ ਕਰੇਗਾ। ਦਾਤਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਮਨੁੱਖਾ ਜਨਮ ਦਿੱਤਾ, ਇਹ ਅਮੋਲਕ ਅੱਖਾਂ ਦਿੱਤੀਆਂ ਵੇਖਣ ਲਈ, ਕੰਨ ਸੁਣਨ ਲਈ ਦਿੱਤੇ, ਹੱਥ ਕੰਮ ਕਰਨ ਲਈ ਦਿੱਤੇ, ਪੈਰ ਚੱਲਣ ਵਾਸਤੇ ਦਿੱਤੇ, ਰਸਨਾ ਬੋਲਣ ਲਈ ਦਿੱਤੀ, ਮੇਰੇ ਵਿੱਚ ਤਾਕਤ ਰੱਖੀ, ਕਿੰਨੀਆਂ ਤੇਰੀਆਂ ਦਾਤਾਂ ਨੇ, ਮੈਂ ਤੇਰਾ ਸ਼ੁਕਰਾਨਾ ਕਰਦਾ। ਫਿਰ ਉਹ ਬੰਦਾ ਰੱਬ ਨੂੰ ਚੇਤੇ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਇੰਨੀਆਂ ਦਾਤਾਂ ਰੱਬ ਦੀਆਂ ਸਾਰੀਆਂ ਭੁਲਾ ਕੇ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ, ਰੱਬ ਨੂੰ ਭੁਲਾ ਦਿੰਦਾ ਹੈ, ਅਤੇ ਉਹਦੀਆਂ ਦਾਤਾਂ ਦੇ ਵਿੱਚ ਲੰਪਟ ਹੋ ਜਾਂਦਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤਾਂ ਸਤਿਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਰੱਬ ਨੇ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕੀਤੀ ਇਸ ਬੰਦੇ ਦੀ। ਸਾਹਿਬ ਕਹਿੰਦੇ, ਤੂੰ ਉਸ ਨੂੰ ਚੇਤੇ ਕਰ,
ਔਰ ਕਈ ਜਨਮ ਤਾਂ ਇਸ ਬੰਦੇ ਦੇ ਕਈ ਜਨਮ ਗਰਭ ਹਿਰ ਖਿਰਿਆ ਵੀ ਮਾਤਾ ਦੇ ਗਰਭ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਜਨਮ ਲੈਣ ਦਾ ਮੌਕਾ ਹੀ ਨਹੀਂ ਮਿਲਦਾ। ਆਪਾਂ ਆਮ ਇਹ ਸ਼ਬਦ ਵਰਤਦੇ ਹਾਂ, ਕੇਸ ਖਰਾਬ ਹੋ ਗਿਆ। ਕੀ ਮਤਲਬ ਇਹਦਾ? ਕਿ ਉਹ ਸੈੱਲ ਮਾਤਾ ਦੇ ਗਰਭ ਦੇ ਵਿੱਚ ਆਏ, ਪਰ ਮਾਤਾ ਦੇ ਗਰਭ ਦੇ ਵਿੱਚ ਹੀ ਖਤਮ ਹੋ ਗਿਆ, ਉਹਨੂੰ ਜਨਮ ਲੈਣ ਦਾ ਮੌਕਾ ਹੀ ਨਹੀਂ ਮਿਲਿਆ। ਅਸੀਂ ਵੇਖਦੇ ਹਾਂ ਅਨੇਕਾਂ ਨੇ ਦੁਨੀਆ ਵਿੱਚ। ਮਹਾਰਾਜ ਨੇ ਤਾਂ ਉਦੋਂ ਤਾਂ ਇੰਨੀ ਸੋਝੀ ਵੀ ਨਹੀਂ ਸੀ। ਪਹਿਲਾਂ ਹੀ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਇਹ ਸਾਰਾ ਕੁਝ ਅੰਮ੍ਰਿਤ ਬਚਨ ਦਰਜ ਕਰਕੇ ਸਾਨੂੰ ਸੋਝੀ ਬਖਸ਼ੀ ਹੈ। ਸੋ ਵਾਹਿਗੁਰੂ ਦੀਆਂ ਦਾਤਾਂ ਨੂੰ, ਅਨੰਤ ਦਾਤਾਂ ਨੂੰ ਵੇਖ ਕੇ ਸਦਾ ਹੀ ਦਾਤੇ ਦਾ ਸ਼ੁਕਰਾਨਾ ਕਰੀਏ। ਗੁਰੂ ਦੀ ਚਰਨ ਸ਼ਰਨ ਪੈ ਕੇ ਇਸ ਅਮੋਲਕ ਜਨਮ ਦੀ ਕੀਮਤ ਨੂੰ ਸਮਝੀਏ। ਸਤਿਗੁਰੂ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਹੋਏ ਸਿਆਣਾ ਸਮਝਿਆ, ਕਰਤਾ ਛੱਡ ਕੀਤੇ ਲਪਟਾਇਆ, ਗੁਰ ਪੂਰੇ ਵਿਣ ਮੋਹਿਆ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।